ਅੱਛਾ, ਜਦੋਂ ਅਸੀਂ ਵਿਆਹ ਬਾਰੇ ਕੈਥੋਲਿਕ ਸਿੱਖਿਆ ਦੀ ਗੱਲ ਕਰਦੇ ਹਾਂ ਤਾਂ ਅਕਸਰ ਲੱਗਦਾ ਹੈ ਕਿ ਇਹ ਬਸ ਕੁਝ ਨਿਯਮਾਂ ਦੀ ਲਿਸਟ ਹੋਵੇਗੀ, ਪਰ ਅਸਲ ਵਿੱਚ ਇਹ ਇਸ ਤਰ੍ਹਾਂ ਹੈ ਨਹੀਂ। ਇਸ ਨੂੰ ਇੱਕ ਬਹੁਤ ਹੀ ਖੂਬਸੂਰਤ, ਇੱਕ ਸ਼ਾਨਦਾਰ ਇਮਾਰਤ ਵਾਂਗ ਸਮਝੋ ਤੇ ਅੱਜ ਅਸੀਂ ਇਸ ਇਮਾਰਤ ਨੂੰ ਬਿਲਕੁਲ ਇਸ ਦੀ ਨੀਂਹ ਤੋਂ ਲੈ ਕੇ ਇੱਕ-ਇੱਕ ਇੱਟ, ਇੱਕ-ਇੱਕ ਥੰਮ ਨੂੰ ਸਮਝਾਂਗੇ। ਤਾਂ ਸਾਰੀ ਗੱਲ ਦੀ ਸ਼ੁਰੂਆਤ ਹੁੰਦੀ ਹੈ ਇਸ ਪਰਿਭਾਸ਼ਾ ਤੋਂ ਜਿਹੜੀ ਸਿੱਧੀ ਕੈਥੋਲਿਕ ਚਰਚ ਦੀ ਕੈਟੇਕਿਜ਼ਮ ਚੋਂ ਆਉਂਦੀ ਹੈ। ਇਹ ਸਮਝ ਲਓ ਉਹ ਨੀਂਹ ਪੱਥਰ ਹੈ ਜਿਸ ਤੇ ਪੂਰੀ ਦੀ ਪੂਰੀ ਇਮਾਰਤ ਟਿਕੀ ਹੋਈ ਹੈ। ਇਹ ਕੋਈ ਆਮ ਜਿਹਾ ਸਮਾਜਿਕ ਸਮਝੌਤਾ ਨਹੀਂ ਹੈ, ਬਿਲਕੁਲ ਨਹੀਂ। ਇਸ ਨੂੰ ਇੱਕ ਪਵਿੱਤਰ ਸੰਸਕਾਰ ਦਾ ਦਰਜਾ ਦਿੱਤਾ ਗਿਆ ਹੈ, ਮਤਲਬ ਕਿ ਇਸ ਨੂੰ ਖੁਦ ਪ੍ਰਭੂ ਮਸੀਹ ਨੇ ਉੱਚਾ ਚੁੱਕਿਆ ਹੈ। ਚਲੋ ਇੱਕ ਨਜ਼ਰ ਮਾਰਦੇ ਹਾਂ ਕਿ ਅਸੀਂ ਇਸ ਸਫ਼ਰ ਤੇ ਕਿਵੇਂ ਅੱਗੇ ਵਧਾਂਗੇ। ਇਹ ਸਾਡਾ ਪੂਰਾ ਖਾਕਾ ਹੈ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਨੀਂਹ ਦੀ, ਯਾਨੀ ਕਿ ਇਹ ਇੱਕ ਇਕਰਾਰਨਾਮਾ ਤੇ ਸੰਸਕਾਰ ਕਿਵੇਂ ਹੈ। ਫਿਰ ਅਸੀਂ ਦੇਖਾਂਗੇ ਉਹ ਥੰਮ ਜਿਨ੍ਹਾਂ ਤੇ ਇਹ ਇਮਾਰਤ ਖੜੀ ਹੈ। ਉਸ ਤੋਂ ਬਾਅਦ ਇਸ ਦਾ ਬਲੂਪ੍ਰਿੰਟ ਯਾਨੀ ਕੈਨਨ ਕਾਨੂੰਨ ਕੀ ਕਹਿੰਦਾ ਹੈ। ਫਿਰ ਇਹ ਦੇਖਾਂਗੇ ਕਿ ਇਹ ਕੋਈ ਪੁਰਾਣੀ ਗੱਲ ਨਹੀਂ ਬਲਕਿ ਇੱਕ ਜੀਵਿਤ ਪਰੰਪਰਾ ਹੈ। ਤੇ ਅਖੀਰ ਵਿੱਚ ਅਸੀਂ ਸਮਝਾਂਗੇ ਕਿ ਅੱਜ ਦੇ ਦੌਰ ਵਿੱਚ ਘਰੇਲੂ ਚਰਚ ਦਾ ਕੀ ਮਤਲਬ ਹੈ। ਤਾਂ ਫਿਰ ਸ਼ੁਰੂਆਤ ਕਰਦੇ ਹਾਂ ਬਿਲਕੁਲ ਬੁਨਿਆਦ ਤੋਂ, ਯਾਨੀ ਇਸ ਦੀ ਨੀਂਹ ਤੋਂ। ਸਭ ਤੋਂ ਪਹਿਲਾ ਤੇ ਵੱਡਾ ਸਵਾਲ ਤਾਂ ਇਹੀ ਉੱਠਦਾ ਹੈ ਕਿ ਆਖਿਰ ਵਿਆਹ ਨੂੰ ਵਿਸ਼ਵਾਸ ਦੇ ਲਈ ਇੰਨਾ ਜ਼ਰੂਰੀ, ਇੰਨਾ ਕੇਂਦਰੀ ਕਿਉਂ ਮੰਨਿਆ ਜਾਂਦਾ ਹੈ। ਦੇਖੋ, ਚਰਚ ਦੀ ਨਜ਼ਰ 'ਚ ਵਿਆਹ ਦੀਆਂ ਦੋ ਪਰਤਾਂ ਹਨ। ਇੱਕ ਤਾਂ ਇਹ ਇੱਕ ਕੁਦਰਤੀ ਸੰਸਥਾ ਹੈ, ਮਤਲਬ ਜਦੋਂ ਤੋਂ ਦੁਨੀਆ ਬਣੀ ਹੈ, ਜਦੋਂ ਤੋਂ ਇਨਸਾਨੀਅਤ ਹੈ, ਉਦੋਂ ਤੋਂ ਹੀ ਇਹ ਮੌਜੂਦ ਹੈ। ਇਸ ਦਾ ਜ਼ਿਕਰ ਸਾਨੂੰ ਉਤਪਤ ਦੀ ਪੋਥੀ ਵਿੱਚ ਵੀ ਮਿਲਦਾ ਹੈ। ਪਰ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। ਜਿਹੜੇ ਲੋਕ ਬਪਤਿਸਮਾ ਲੈ ਚੁੱਕੇ ਨੇ ਉਹਨਾਂ ਲਈ ਇਹ ਸਿਰਫ ਕੁਦਰਤੀ ਨਹੀਂ ਰਹਿ ਜਾਂਦਾ, ਇਸ ਨੂੰ ਇੱਕ ਸੰਸਕਾਰ ਦਾ ਦਰਜਾ ਮਿਲ ਜਾਂਦਾ ਹੈ, ਯਾਨੀ ਪਰਮਾਤਮਾ ਦੀ ਖਾਸ ਕਿਰਪਾ ਦਾ ਇੱਕ ਜ਼ਰੀਆ। ਇਹ ਬਹੁਤ ਹੀ ਜ਼ਰੂਰੀ ਨੁਕਤਾ ਹੈ, ਇਸ ਨੂੰ ਧਿਆਨ ਨਾਲ ਸਮਝਣਾ। ਚਰਚ ਕੰਟਰੈਕਟ ਸ਼ਬਦ ਨਹੀਂ ਬਲਕਿ ਇਕਰਾਰਨਾਮਾ ਸ਼ਬਦ ਵਰਤਦਾ ਹੈ। ਹੁਣ ਸਵਾਲ ਇਹ ਹੈ ਕਿਉਂ? ਦੇਖੋ, ਇੱਕ ਕੰਟਰੈਕਟ ਤਾਂ ਚੀਜ਼ਾਂ ਜਾਂ ਸੇਵਾਵਾਂ ਦਾ ਲੈਣ ਦੇਣ ਹੁੰਦਾ ਹੈ ਨਾ, ਤੇ ਜੇ ਸ਼ਰਤਾਂ ਪੂਰੀਆਂ ਨਾ ਹੋਣ ਤਾਂ ਉਹ ਟੁੱਟ ਵੀ ਸਕਦਾ ਹੈ। ਪਰ ਇੱਕ ਇਕਰਾਰਨਾਮਾ ਉਹ ਵਿਅਕਤੀਆਂ ਦਾ ਆਪਸੀ ਸਮਰਪਣ ਹੈ। ਇਹ ਕਹਿਣਾ ਕਿ ਇਹ ਚੀਜ਼ ਤੇਰੀ ਹੈ ਤੇ ਮੈਂ ਤੇਰਾ ਹਾਂ, ਇਹਨਾਂ ਦੋਹਾਂ ਗੱਲਾਂ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਇਕਰਾਰਨਾਮਾ ਸਥਾਈ ਹੁੰਦਾ ਹੈ, ਬਿਨਾਂ ਕਿਸੇ ਸ਼ਰਤ ਦੇ। ਠੀਕ ਹੈ, ਤਾਂ ਨੀਂਹ ਦੀ ਗੱਲ ਤਾਂ ਹੋ ਗਈ, ਉਹ ਹੁਣ ਪੱਕੀ ਹੈ। ਹੁਣ ਵਾਰੀ ਹੈ ਉਹਨਾਂ ਮਜ਼ਬੂਤ ਥੰਮਾਂ ਦੀ ਜਿਨ੍ਹਾਂ ਤੇ ਇਹ ਪੂਰਾ ਢਾਂਚਾ ਖੜਾ ਹੈ। ਉਹ ਥੰਮ ਜਿਹੜੇ ਇਸ ਨੂੰ ਇਸ ਦਾ ਅਸਲੀ ਆਕਾਰ ਤੇ ਤਾਕਤ ਦਿੰਦੇ ਨੇ। ਅੱਛਾ, ਇਹ ਜਿਹੜੇ ਤਿੰਨ ਥੰਮਾਂ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ, ਇਹ ਕੋਈ ਨਵਾਂ ਵਿਚਾਰ ਨਹੀਂ ਹੈ, ਇਹ ਸਦੀਆਂ ਪੁਰਾਣਾ ਹੈ। ਇਸ ਨੂੰ ਸਭ ਤੋਂ ਪਹਿਲਾਂ ਸਪਸ਼ਟ ਤੌਰ ਤੇ ਸਾਹਮਣੇ ਲਿਆਉਣ ਦਾ ਸਿਹਰਾ ਜਾਂਦਾ ਹੈ ਚਰਚ ਦੇ ਇੱਕ ਬਹੁਤ ਵੱਡੇ ਵਿਦਵਾਨ ਸੇਂਟ ਔਗਸਟੀਨ ਨੂੰ। ਉਹਨਾਂ ਨੇ ਹੀ ਵਿਆਹ ਦੇ ਇਹਨਾਂ ਤਿੰਨ ਬੁਨਿਆਦੀ ਗੁਣਾਂ ਦੀ ਪਹਿਚਾਣ ਕੀਤੀ ਸੀ। ਤੇ ਕਮਾਲ ਦੀ ਗੱਲ ਇਹ ਹੈ ਕਿ ਇਹ ਅੱਜ ਵੀ ਕੈਥੋਲਿਕ ਸਿੱਖਿਆ ਦਾ ਬਿਲਕੁਲ ਕੇਂਦਰ ਬਿੰਦੂ ਹਨ। ਤਾਂ ਪਹਿਲਾ ਥੰਮ ਹੈ ਪ੍ਰੋਲਸ, ਯਾਨੀ ਕਿ ਔਲਾਦ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਵਿਆਹ ਦਾ ਇੱਕ ਕੁਦਰਤੀ ਮਕਸਦ ਬੱਚਿਆਂ ਨੂੰ ਜਨਮ ਦੇਣਾ ਤੇ ਫਿਰ ਉਹਨਾਂ ਦੀ ਚੰਗੀ ਪਰਵਰਿਸ਼ ਕਰਨਾ ਹੈ। ਪਰ ਗੱਲ ਸਿਰਫ ਬੱਚੇ ਪੈਦਾ ਕਰਨ ਤੱਕ ਹੀ ਸੀਮਿਤ ਨਹੀਂ ਹੈ। ਅਸਲ ਗੱਲ ਹੈ ਜੀਵਨ ਨੂੰ ਖੁੱਲੇ ਦਿਲ ਨਾਲ ਸਵੀਕਾਰ ਕਰਨ ਦੀ, ਜ਼ਿੰਦਗੀ ਨੂੰ ਅੱਗੇ ਵਧਾਉਣ ਦੀ। ਅੱਗੇ ਵਧਦੇ ਹਾਂ ਦੂਜੇ ਥੰਮ ਵੱਲ, ਜਿਸ ਨੂੰ ਕਹਿੰਦੇ ਨੇ ਫਾਇਲਸ, ਯਾਨੀ ਵਫਾਦਾਰੀ। ਇਸ ਦਾ ਮਤਲਬ ਹੈ ਪਤੀ ਪਤਨੀ ਵਿਚਕਾਰ ਇੱਕ ਦੂਜੇ ਲਈ ਪੂਰੀ ਅਤੇ ਸੰਪੂਰਨ ਵਚਨਬੱਧਤਾ ਕਿ ਉਹ ਸਿਰਫ ਤੇ ਸਿਰਫ ਇੱਕ ਦੂਜੇ ਦੇ ਹਨ। ਅਸਲ ਵਿੱਚ ਇਹ ਵਫਾਦਾਰੀ ਉਸ ਵਫਾਦਾਰੀ ਦੀ ਝਲਕ ਹੈ ਜਿਹੜੀ ਪ੍ਰਭੂ ਮਸੀਹ ਦੀ ਆਪਣੇ ਚਰਚ ਲਈ ਹੈ, ਇੱਕ ਅਜਿਹਾ ਰਿਸ਼ਤਾ ਜੋ ਕਦੇ ਟੁੱਟ ਨਹੀਂ ਸਕਦਾ। ਤੇ ਫਿਰ ਆਉਂਦਾ ਹੈ ਤੀਜਾ ਤੇ ਆਖਰੀ ਥੰਮ ਸੈਕਰਾਮੈਂਟਮ। ਇਸ ਦਾ ਅਰਥ ਹੈ ਅਟੁੱਟਤਾ, ਮਤਲਬ ਕਿ ਇਹ ਬੰਧਨ ਤੋੜਿਆ ਨਹੀਂ ਜਾ ਸਕਦਾ। ਇੱਕ ਵਾਰ ਜਦੋਂ ਇੱਕ ਵੈਧ ਵਿਆਹ ਹੋ ਗਿਆ ਤਾਂ ਦੁਨੀਆ ਦੀ ਕੋਈ ਵੀ ਤਾਕਤ, ਕੋਈ ਵੀ ਇਨਸਾਨੀ ਸ਼ਕਤੀ ਇਸ ਨੂੰ ਖਤਮ ਨਹੀਂ ਕਰ ਸਕਦੀ। ਇਹ ਪੂਰੀ ਜ਼ਿੰਦਗੀ ਦਾ ਸਾਥ ਹੈ, ਇੱਕ ਜੀਵਨ ਭਰ ਦੀ ਵਚਨਬੱਧਤਾ। ਠੀਕ ਹੈ, ਤਾਂ ਹੁਣ ਤੱਕ ਅਸੀਂ ਨੀਂਹ ਨੂੰ ਵੀ ਸਮਝ ਲਿਆ ਤੇ ਥੰਮਾਂ ਨੂੰ ਵੀ। ਹੁਣ ਸਮਾਂ ਹੈ ਇਸ ਇਮਾਰਤ ਦੇ ਬਲੂਪ੍ਰਿੰਟ ਤੇ ਇੱਕ ਨਜ਼ਰ ਮਾਰਨ ਦਾ। ਤੇ ਇਹ ਬਲੂਪ੍ਰਿੰਟ ਹੈ ਕੈਨਨ ਕਾਨੂੰਨ। ਇਹ ਉਹ ਕਾਨੂੰਨੀ ਢਾਂਚਾ ਹੈ, ਉਹ ਨਿਯਮਾਂ ਦੀ ਕਿਤਾਬ ਹੈ ਜਿਹੜੀ ਇਹ ਯਕੀਨੀ ਬਣਾਉਂਦੀ ਹੈ ਕਿ ਵਿਆਹ ਦੀ ਉਸਾਰੀ ਬਿਲਕੁਲ ਸਹੀ ਤੇ ਮਜ਼ਬੂਤ ਤਰੀਕੇ ਨਾਲ ਹੋਵੇ। ਤਾਂ ਫਿਰ ਇਸ ਬਲੂਪ੍ਰਿੰਟ ਦੇ ਹਿਸਾਬ ਨਾਲ ਇੱਕ ਵਿਆਹ ਦੇ ਵੈਧ ਹੋਣ ਲਈ ਦੋ ਗੱਲਾਂ ਲਾਜ਼ਮੀ ਹਨ, ਬਿਲਕੁਲ ਜ਼ਰੂਰੀ। ਪਹਿਲੀ ਹੈ ਸਹਿਮਤੀ, ਮਤਲਬ ਦੋਵੇਂ ਜਣੇ ਆਪਣੀ ਪੂਰੀ ਆਜ਼ਾਦੀ ਨਾਲ ਹਾਂ ਕਹਿਣ, ਕੋਈ ਜ਼ੋਰ ਜ਼ਬਰਦਸਤੀ ਨਹੀਂ। ਤੇ ਦੂਜੀ ਚੀਜ਼ ਹੈ ਰੂਪ, ਯਾਨੀ ਕਿ ਸਹੀ ਤਰੀਕਾ। ਵਿਆਹ ਚਰਚ ਦੇ ਕਿਸੇ ਅਧਿਕਾਰਿਤ ਸੇਵਕ ਜਿਵੇਂ ਕੋਈ ਪਾਦਰੀ ਤੇ ਨਾਲ ਹੀ ਘੱਟੋ-ਘੱਟ ਦੋ ਗਵਾਹਾਂ ਦੀ ਮੌਜੂਦਗੀ ਵਿੱਚ ਹੋਣਾ ਚਾਹੀਦਾ ਹੈ। ਇਸ ਬਲੂਪ੍ਰਿੰਟ ਵਿੱਚ ਕੁਝ ਅਜਿਹੇ ਨਿਯਮ ਵੀ ਨੇ ਜਿਹੜੇ ਇਸ ਢਾਂਚੇ ਨੂੰ ਕਮਜ਼ੋਰ ਹੋਣ ਤੋਂ ਬਚਾਉਂਦੇ ਨੇ। ਇਹਨਾਂ ਨੂੰ ਕਹਿੰਦੇ ਨੇ ਰੁਕਾਵਟਾਂ, ਮਤਲਬ ਕੁਝ ਅਜਿਹੀਆਂ ਸਥਿਤੀਆਂ ਹੁੰਦੀਆਂ ਨੇ ਜਿਨ੍ਹਾਂ ਵਿੱਚ ਵਿਆਹ ਹੋ ਹੀ ਨਹੀਂ ਸਕਦਾ, ਉਹ ਅਯੋਗ ਮੰਨਿਆ ਜਾਵੇਗਾ। ਜਿਵੇਂ ਕਿ
ਜੇ ਕਿਸੇ ਦੀ ਉਮਰ ਕਾਨੂੰਨ ਮੁਤਾਬਿਕ ਘੱਟ ਹੋਵੇ ਜਾਂ ਕੋਈ ਇੱਕ ਪਹਿਲਾਂ ਤੋਂ ਹੀ ਕਿਸੇ ਹੋਰ ਨਾਲ ਵੈਦ ਵਿਆਹ ਵਿੱਚ ਵੱਜਿਆ ਹੋਵੇ ਜਾਂ ਫਿਰ ਜੇ ਦੋਵਾਂ ਵਿੱਚ ਬਹੁਤ ਨਜ਼ਦੀਕੀ ਖੂਨ ਦਾ ਰਿਸ਼ਤਾ ਹੋਵੇ। ਇੱਕ ਗੱਲ ਸਮਝਣੀ ਬਹੁਤ ਜ਼ਰੂਰੀ ਹੈ। ਇਹ ਜਿਹੜਾ ਪੂਰਾ ਢਾਂਚਾ ਹੈ, ਇਹ ਕੋਈ ਅਜਾਇਬ ਘਰ 'ਚ ਪਿਆ ਪੁਰਾਣਾ ਨਮੂਨਾ ਨਹੀਂ ਹੈ। ਨਹੀਂ, ਇਹ ਇੱਕ ਜੀਵਿਤ ਪਰੰਪਰਾ ਹੈ ਜਿਹੜੀ ਸਮੇਂ ਦੇ ਨਾਲ ਸਾਹ ਲੈਂਦੀ ਹੈ। ਤੇ ਪੋਪ, ਉਹਨਾਂ ਨੂੰ ਤੁਸੀਂ ਮੁੱਖ ਆਰਕੀਟੈਕਟ ਜਾਂ ਮਾਸਟਰ ਬਿਲਡਰ ਸਮਝ ਸਕਦੇ ਹੋ, ਜਿਹੜੇ ਇਹਨਾਂ ਸਦੀਵੀ ਸਿਧਾਂਤਾਂ ਨੂੰ ਅੱਜ ਦੇ ਦੌਰ ਦੀਆਂ ਨਵੀਆਂ ਚੁਣੌਤੀਆਂ ਦੇ ਹਿਸਾਬ ਨਾਲ ਢਾਲਦੇ ਤੇ ਲਾਗੂ ਕਰਦੇ ਹਨ। ਜੇ ਅਸੀਂ ਪਿਛਲੀ ਇੱਕ ਸਦੀ ਤੇ ਨਜ਼ਰ ਮਾਰੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇਸ ਸਿੱਖਿਆ ਨੂੰ ਵਾਰ-ਵਾਰ ਨਵੇਂ ਤਰੀਕਿਆਂ ਨਾਲ ਸਮਝਾਇਆ ਗਿਆ ਹੈ। 1930 ਵਿੱਚ ਕਾਸਟਿਕੋਨੂਬੀ ਨੇ ਉਸ ਸਮੇਂ ਦੇ ਖਤਰਿਆਂ ਜਿਵੇਂ ਤਲਾਕ ਦੇ ਖਿਲਾਫ ਵਿਆਹ ਦਾ ਪੱਖ ਪੂਰਿਆ। ਫਿਰ 1968 ਵਿੱਚ ਹਿਊਮਨੇ ਵਿਟੇ ਆਇਆ, ਜਿਸ ਨੇ ਪਿਆਰ ਦੇ ਦੋ ਪਹਿਲੂਆਂ ਏਕਤਾ ਤੇ ਔਲਾਦ ਪੈਦਾ ਕਰਨ ਤੇ ਜ਼ੋਰ ਦਿੱਤਾ। 1981 ਵਿੱਚ ਫੈਮਿਲੀਅਰਿਸ ਕੰਸੋਰਟੀਓ ਨੇ ਸਾਨੂੰ ਘਰੇਲੂ ਚਰਚ ਦਾ ਇੱਕ ਬਹੁਤ ਹੀ ਖੂਬਸੂਰਤ ਵਿਚਾਰ ਦਿੱਤਾ। ਤੇ ਹਾਲ ਹੀ ਵਿੱਚ 2016 ਚ ਅਮੋਰਿਸ ਲੈਟੀਸ਼ੀਆ ਨੇ ਪਾਦਰੀ ਸਹਾਇਤਾ ਯਾਨੀ ਕਿ ਪਰਿਵਾਰਾਂ ਨਾਲ ਦਇਆ ਤੇ ਹਮਦਰਦੀ ਨਾਲ ਚੱਲਣ ਤੇ ਧਿਆਨ ਦਿੱਤਾ ਹੈ। ਇਹ ਸਾਰੀਆਂ ਗੱਲਾਂ ਸਾਨੂੰ ਸਾਡੇ ਆਖਰੀ ਤੇ ਸ਼ਾਇਦ ਸਭ ਤੋਂ ਅਹਿਮ ਹਿੱਸੇ ਵੱਲ ਲੈ ਕੇ ਆਉਂਦੀਆਂ ਹਨ। ਆਖਿਰ ਇਸ ਪੂਰੀ ਇਮਾਰਤ ਨੂੰ ਬਣਾਉਣ ਦਾ ਮਕਸਦ ਕੀ ਹੈ? ਇਸ ਢਾਂਚੇ ਦੇ ਅੰਦਰ ਰਹਿਣਾ, ਇਸ ਨੂੰ ਜਿਉਣਾ ਅਸਲ ਵਿੱਚ ਕਿਹੋ ਜਿਹਾ ਹੁੰਦਾ ਹੈ? ਇੱਥੇ ਸੇਂਟ ਜੌਨ ਪਾਲ II ਦਾ ਦਿੱਤਾ ਹੋਇਆ ਇੱਕ ਬਹੁਤ ਹੀ ਡੂੰਘਾ ਵਿਚਾਰ ਸਾਹਮਣੇ ਆਉਂਦਾ ਹੈ। ਪਰਿਵਾਰ ਘਰੇਲੂ ਚਰਚ ਹੈ। ਕੀ ਮਤਲਬ ਹੈ ਇਸ ਦਾ? ਇਸ ਦਾ ਮਤਲਬ ਹੈ ਕਿ ਹਰ ਪਰਿਵਾਰ ਆਪਣੇ ਆਪ ਵਿੱਚ ਇੱਕ ਛੋਟਾ ਜਿਹਾ ਚਰਚ ਹੈ। ਇਹ ਉਹ ਥਾਂ ਹੈ ਜਿੱਥੇ ਵਿਸ਼ਵਾਸ ਸਿਰਫ ਸਿਖਾਇਆ ਹੀ ਨਹੀਂ ਜਾਂਦਾ, ਬਲਕਿ ਜੀਵਿਆ ਜਾਂਦਾ ਹੈ, ਮਹਿਸੂਸ ਕੀਤਾ ਜਾਂਦਾ ਹੈ ਤੇ ਇੱਕ ਦੂਜੇ ਨਾਲ ਸਾਂਝਾ ਕੀਤਾ ਜਾਂਦਾ ਹੈ। ਸੱਚ ਪੁੱਛੋ ਤਾਂ ਇਹੀ ਇੱਕ ਈਸਾਈ ਪਰਿਵਾਰ ਦੇ ਹੋਣ ਦਾ ਅਸਲ ਮਕਸਦ ਹੈ, ਉਸਦੇ ਮਿਸ਼ਨ ਦਾ ਦਿਲ ਹੈ। ਤਾਂ ਫਿਰ ਰੋਜ਼ਾਨਾ ਜ਼ਿੰਦਗੀ ਵਿੱਚ ਇਸ ਘਰੇਲੂ ਚਰਚ ਦਾ ਮਤਲਬ ਕੀ ਨਿਕਲਦਾ ਹੈ? ਪਹਿਲੀ ਗੱਲ, ਪਰਿਵਾਰ ਬੱਚਿਆਂ ਲਈ ਵਿਸ਼ਵਾਸ ਤੇ ਪਿਆਰ ਦਾ ਸਭ ਤੋਂ ਪਹਿਲਾ ਸਕੂਲ ਬਣਦਾ ਹੈ। ਦੂਜਾ, ਪਤੀ ਪਤਨੀ ਦਾ ਸਫ਼ਰ ਸਿਰਫ ਦੁਨਿਆਵੀ ਨਹੀਂ ਹੁੰਦਾ, ਉਹ ਇੱਕ ਦੂਜੇ ਨੂੰ ਪਵਿੱਤਰਤਾ ਦੇ ਰਾਹ ਤੇ ਅੱਗੇ ਵਧਣ ਵਿੱਚ ਮਦਦ ਕਰਦੇ ਹਨ। ਤੇ ਤੀਜਾ, ਇੱਕ ਮਜ਼ਬੂਤ ਪਰਿਵਾਰ ਆਪਣੇ ਆਲੇ-ਦੁਆਲੇ ਪੂਰੇ ਸਮਾਜ ਵਿੱਚ ਵਿਸ਼ਵਾਸ ਦੀ ਰੋਸ਼ਨੀ ਫੈਲਾਉਣ ਦਾ ਇੱਕ ਜ਼ਰੀਆ ਬਣ ਜਾਂਦਾ ਹੈ। ਤਾਂ ਕੁੱਲ ਮਿਲਾ ਕੇ ਜਦੋਂ ਅਸੀਂ ਇਸ ਸਭ ਨੂੰ ਇਕੱਠਾ ਕਰਕੇ ਦੇਖਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਵਿਆਹ ਬਾਰੇ ਕੈਥੋਲਿਕ ਸਿੱਖਿਆ ਸਿਰਫ ਕੁਝ ਨਿਯਮਾਂ ਦੀ ਲਿਸਟ ਨਹੀਂ ਹੈ। ਇਹ ਤਾਂ ਮਨੁੱਖੀ ਪਿਆਰ ਦਾ ਇੱਕ ਪੂਰਾ ਸੁਨਿਸ਼ਚਿਤ ਦ੍ਰਿਸ਼ਟੀਕੋਣ ਹੈ। ਇੱਕ ਅਜਿਹਾ ਪਿਆਰ ਜਿਸ ਨੂੰ ਪ੍ਰਮਾਤਮਾ ਦੀ ਕਿਰਪਾ ਨੇ ਉੱਚਾ ਚੁੱਕਿਆ ਹੈ। ਇਹ ਇੱਕ ਅਜਿਹੀ ਇਮਾਰਤ ਹੈ ਜਿਸ ਦੀ ਨੀਂਹ ਸਦੀਵੀ ਹੈ, ਥੰਬ ਮਜ਼ਬੂਤ ਹਨ, ਬਲੂਪ੍ਰਿੰਟ ਸਪਸ਼ਟ ਹੈ ਤੇ ਜਿਸ ਦੇ ਅੰਦਰ ਰਹਿਣਾ ਹੀ ਘਰੇਲੂ ਚਰਚ ਦਾ ਅਨੁਭਵ ਹੈ। ਤੇ ਅਖੀਰ ਵਿੱਚ ਇਹ ਸਾਰੀ ਗੱਲਬਾਤ ਸਾਨੂੰ ਇੱਕ ਵੱਡੇ ਸਵਾਲ ਤੇ ਛੱਡ ਜਾਂਦੀ ਹੈ। ਇੱਕ ਅਜਿਹੀ ਦੁਨੀਆ ਵਿੱਚ ਜਿੱਥੇ ਹਰ ਚੀਜ਼ ਪਲ-ਪਲ ਬਦਲ ਰਹੀ ਹੈ, ਜਿੱਥੇ ਕੁਝ ਵੀ ਪੱਕਾ ਨਹੀਂ ਲੱਗਦਾ, ਉੱਥੇ ਇੱਕ ਅਜਿਹੀ ਸੰਸਥਾ ਦਾ ਹੋਣਾ ਜਿਸ ਦੀ ਨੀਂਹ ਹੀ ਸਥਾਈਤਾ ਤੇ ਹਮੇਸ਼ਾ ਲਈ ਤੇ ਰੱਖੀ ਗਈ ਹੋਵੇ। ਆਖਿਰ ਇਸ ਦੇ ਕੀ ਮਾਇਨੇ ਹਨ? ਇਹ ਇੱਕ ਅਜਿਹਾ ਸਵਾਲ ਹੈ ਜਿਸ ਤੇ ਸਾਨੂੰ ਸਾਰਿਆਂ ਨੂੰ ਸੋਚ ਵਿਚਾਰ ਕਰਨ ਦੀ ਲੋੜ ਹੈ।